हाँ जी, स्वागत है 6th क्लास के विद्यार्थियों का एक्सरसाइज 6.4 ਦੇ ਵਿੱਚ ਇਹਦਾ ਪਾर्ट 2 है। ਇਹਦੇ ਵਿੱਚ ਆਪਾਂ क्वेश्चन नंबर 4 ਤੋਂ ਆਪਾਂ स्टार्ट करांगे। ਤਾਂ क्वेश्चन नंबर 4 ਆਪਾਂ स्टार्ट करते हैं। फस्ट पार्ट ਪਹਿਲਾਂ ਤੁਹਾਡੇ ਵਾਸਤੇ ਦੇਖਣਾ ਬਹੁਤ ਕੰਪਲਸਰੀ ਹੈ, ਜ਼ਰੂਰੀ ਹੈ। ਉਹਨੂੰ ਪਹਿਲਾਂ ਤੁਸੀਂ ਦੇਖੋ, ਉਹਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ। ਇਹਦੇ ਸਾਰੇ ਪਾਰਟਸ ਤੇ ਜਿਹੜੀ ਐਕਸਰਸਾਈਜ਼ 3.4 ਹੈ ਉਹਦੇ ਸਾਰੇ ਪਾਰਟਸ ਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਰੱਖਿਆ। ठीक है जी, तो आप एक्सरसाइज 3.4 स्टार्ट करते हैं पार्ट 2। ठीक है जी, पहला मेरे तो गलती ना 6.4 कहा गया सी। हाँ जी, तो देखो क्वेश्चन नंबर 4 ये की है 100 तो छोटियां अजिहियां सारियां संख्यावां लिखो जो 3 ਅਤੇ 4 ਦੇ ਸਾਂਝੇ ਗੁੰਜ ਹੋਣ। ਆਪਾਂ ਨੇ 3 ਅਤੇ 4 ਦੇ ਸਾਂਝੇ ਗੁੰਜ ਲਿਖਣੇ ਨੇ 100 ਤੱਕ। 100 ਤੋਂ ਛੋਟੀਆਂ ਸੰਖਿਆਵਾਂ ਸਾਰੀਆਂ। ਰਾਈਟ ਆਲ ਦਾ ਨੰਬਰਸ, ਸਾਰੇ ਨੰਬਰ ਲਿਖੋ ਲੈਸ ਦੈਨ 100 ਜਿਹੜੇ 100 ਤੋਂ ਛੋਟੇ ਹੋਣ, ਵਿਚ ਆਰ ਜਿਹੜੇ ਕਿ ਕਾਮਨ ਮਲਟੀਪਲ ਮਤਲਬ ਕਿ ਸਾਂਝੇ ਗੁੰਜ ਹੋਣ ਕਿਹਦੇ 3 ਤੇ 4 ਦੇ। ਤਾਂ ਆਪਾਂ ਆਨਸਰ ਨੰਬਰ 4 ਸਟਾਰਟ ਕਰਦੇ ਹਾਂ। ਪਹਿਲਾਂ ਆਪਾਂ ਲਿਖਾਂਗੇ 3 ਦੇ ਗੁੰਜ ਜਿਹੜੇ 100 ਤੋਂ ਛੋਟੇ ਹੋਣਗੇ ਬਿਲਕੁਲ। ਫਿਰ ਆਪਾਂ ਲਿਖਾਂਗੇ 4 ਦੇ ਗੁੰਜ, ਠੀਕ ਹੈ ਜੀ। ਫਿਰ ਆਪਾਂ ਉਹਨਾਂ ਦਾ ਲਿਖਾਂਗੇ ਸਾਂਝੇ ਗੁੰਜ। ਜਦ ਕਿ ਜਿਹੜਾ ਮੈਥਡ ਹੈ ਇਹ ਬਹੁਤ ਬੜਾ ਮੈਥਡ ਹੈ, ਆਪਾਂ ਇਹਨੂੰ ਇੱਕ ਬਹੁਤ ਸਿੰਪਲ ਮੈਥਡ ਨਾਲ ਕਰਾਂਗੇ। ਤੁਸੀਂ ਪਹਿਲਾਂ ਇਹਨੂੰ ਸਮਝੋ। हाँ जी, देखो पहला आपने 3 दे गुंज लिख ले सारे 100 तक। तो देखो आप किवें लिखांगे, पहला आप 3 दे लिख लांगे सारे। ये बहुत ज़्यादा होंगे, 3 6 9 12 15 18 21 24 27 30 अगे 33 36 39 42 45 48 51 54 57 60 63 66 69 72 75 78 तो बाद 81 84 87 90 93 99 ये लिख लिया अपने 3 दे। हुण आपां लिखांगे 4 दे। 4 8 12 16 20 24 28 32 36 40 44 48 52 56 60 64 68 72 76 80 84 88 92 96 ਤੇ 100 ਆਪਾਂ ਲਿਖਾਂਗੇ। ਇਹਨਾਂ ਨੇ ਕਿਹਾ ਵੀ 100 ਤੋਂ ਛੋਟੇ ਹੋਣ। ਤਾਂ ਹੁਣ ਦੇਖੋ ਇਹਦੇ ਆਪਾਂ ਪਤਾ ਕਰਨੇ ਨੇ ਸਾਂਝੇ ਗੁੰਜ। ਪਹਿਲਾ 3 ਇਹ 'ਚ ਹੈ ਨਹੀਂਗਾ, 6 ਵੀ ਨਹੀਂ ਹੈਗਾ, 9 ਵੀ ਨਹੀਂ ਹੈਗਾ, 12 ਦੋਹਾਂ ਦੇ ਵਿੱਚ ਹੈਗਾ। ਪਹਿਲਾਂ ਆਪਾਂ ਲਿਖ ਲਿਆ ਸਾਂਝਾ ਗੁੰਜ 12। ਹੁਣ ਤੁਸੀਂ ਅੱਗੇ ਦੇਖੋ, ਅੱਗੇ ਆਪਾਂ ਨੇ ਕੁਝ ਨਹੀਂ ਕਰਨਾ। ਅੱਗੇ ਸਿਰਫ ਜਿਹੜਾ 12 ਦਾ ਟੇਬਲ ਹੈ ਉਹਦੇ ਤੇ ਹੀ ਸਾਂਝੇ ਗੁੰਜ ਆਣਗੇ ਸਾਰੇ। देखो 5 8 21 इधर है नहीं ना, 5 है ना 8 है ना 21 है, सीधा किहड़ा आ गया 24। जे आप 12 दूना की करांगे 24, वो भी आ जाऊगा। अगे 12 30 36, देखो 36 दोहां दे विच पिया होऊगा। 12 चौक 48 48 भी हैगा जी। 12 5 60 60 भी हैगा। 12 7 84 84 भी हैगा। 12 8 96, उरे आप लिखना भुल गए 96 भी हैगा। ठीक है जी। तो इस तरीके नाल सिर्फ आपने की करना, जो पहला गुंज पता लग गया उदा ही अगे जो पहाड़ा होगा, उदा ही अगे जो टेबल होगा, वो जो अगे गुंज होणगे। पहला गुंज किहड़ा आया सी 12, अगे तुसीं 12 के गुंज लिखी जाओ, वो दोहां के गुंज होणगे। क्योंकि जो 12 है वो 3 ते पहाड़े ते भी आंदा, 4 के पहाड़े ते भी आंदा है। तो जिहड़े अगे 12 के पहाड़े होणगे 12 24 36, वो 3 ते 4 दोहां के पहाड़े ते आउणगे, क्योंकि वो 12 के ही गुंज ने। ठीक है जी। तो इस चीज़ नूं समझो। तो इस क्वेश्चन को बहुत सिंपल कर सकते हैं इस तरीके नाल। ठीक है जी। तो आपां नूं इन्ना लेंथी ना करके आप बहुत वधिया तरीके नाल इहनूं कर सकते हैं। अगे देखो जी क्वेश्चन नंबर 5। हाँ जी, क्वेश्चन नंबर 5 दे विच की है अपने कोल, हेठ लिखे विच किहड़ियां-किहड़ियां संख्यावां सह अभाज हैं। सह अभाज संख्यावां लिखियां ने सह अभाज। इनू बोलते हैं आप को प्राइम। किहड़ियां बोलते हैं जी? को प्राइम।
ਇਹਦਾ ਮਤਲਬ ਕੀ ਹੁੰਦਾ ਹੈ, ਇਹਨਾਂ ਦਾ ਸਾਂਝਾ ਗੁਣਨਖੰਡ ਕੋਈ ਨਹੀਂ ਹੁੰਦਾ ਸਿਵਾਏ 1 ਤੋਂ। ਜਿਵੇਂ ਆਪਾਂ 2 ਤੇ 3 ਨੂੰ ਸਹਿਭਾਜ ਸੰਖਿਆਵਾਂ ਕਹਿ ਸਕਦੇ ਹਾਂ, ਇਹਨਾਂ ਦਾ ਸਾਂਝਾ ਗੁਣਨਖੰਡ ਕਿਹੜਾ ਸਿਰਫ 1 ਹੈ। ਜਿਵੇਂ 4 ਤੇ 5 ਹੋ ਗਈਆਂ, ਇਹ ਵੀ ਸਹਿਭਾਜ ਨੇ, ਇਹਨਾਂ ਦਾ ਸਾਂਝਾ ਗੁਣਨਖੰਡ ਕਿਹੜਾ 1। 6 ਤੇ 11 ਹੋ ਗਈਆਂ, ਇਹਨਾਂ ਦਾ ਵੀ ਸਾਂਝਾ ਗੁਣਨਖੰਡ ਕਿਹੜਾ 1। ਠੀਕ ਹੈ ਜੀ, ਇਹ ਸਹਿਭਾਜ ਸੰਖਿਆਵਾਂ ਹੁੰਦੀਆਂ ਨੇ। ਤਾਂ ਹੁਣ ਆਪਣੇ ਕੋਲ 18 ਦੇ 35 ਹੈ। ਪਹਿਲਾਂ ਆਪਾਂ ਲਿਖਾਂਗੇ 18 ਦੇ ਗੁਣਨਖੰਡ 1 2 3, ਇਹ ਇਸ ਨੂੰ ਸਾਰੇ ਲਿਖਣੇ ਆਉਂਦੇ ਨੇ। ਠੀਕ ਹੈ ਜੀ, ਅੱਗੇ ਆ ਗਿਆ 35 ਤੁਸੀਂ ਲਿਖ ਲੈਣੇ ਨੇ। ਹੁਣ ਆਪਾਂ ਕੱਢਾਂਗੇ ਨਾ ਸਾਂਝੇ ਗੁਣਨਖੰਡ, ਸਿਰਫ 1 ਹੈ। ਤਾਂ ਜਿਨ੍ਹਾਂ ਦਾ ਸਿਰਫ ਸਾਂਝਾ ਗੁਣਨਖੰਡ 1 ਹੁੰਦਾ ਹੈ ਉਹ ਸਹਿਭਾਜ ਹੋਣ। ਇਸ ਕਰਕੇ ਵੀ ਸੰਖਿਆਵਾਂ ਕੀ ਨੇ, ਇਹ ਸਹਿਭਾਜ। ਉਰੇ ਆਪਾਂ ਲਿਖਾਂਗੇ ਕਿਉਂਕਿ ਦੋਵਾਂ ਦਾ ਸਿਰਫ ਸਾਂਝਾ ਗੁਣਨਖੰਡ 1 ਹੈ, ਇਸ ਲਈ ਸਹਿਭਾਜ ਹਨ। Since both have only one common factor, that is 1, ਜਿਹੜਾ ਕਿ 1 ਹੈ, therefore they are co-prime numbers। ਠੀਕ ਹੈ ਜੀ, ਨੈਕਸਟ ਦੇਖੋ ਜੀ B ਪਾਰਟ। B ਪਾਰਟ ਦੇ ਵਿੱਚ ਕੀ ਹੈ, 15 ਦੇ ਗੁਣਨਖੰਡ ਤੇ 37 ਦੇ। ਇਹ ਦੱਸਣਾ ਵੀ ਸਹਿਭਾਜ ਹੈਗੀਆਂ ਜਾਂ ਨਹੀਂ ਹੈਗੀਆਂ। ਪਹਿਲਾਂ ਆਪਾਂ ਲਿਖਾਂਗੇ 15 ਦੇ ਗੁਣਨਖੰਡ 1 3 5 ਤੇ 15। 37 ਦੇ ਆ ਜਾਣਗੇ 1 ਤੇ 37। ਇਹ ਵੀ ਕੀ ਆ ਗਈਆਂ, ਸਾਂਝੇ ਗੁਣਨਖੰਡ ਆ ਗਏ। ਤਾਂ ਇਹ ਕੀ ਹੈ, ਕਿਹੜਾ ਆ ਗਿਆ 1। ਤਾਂ ਇਹ ਵੀ ਕੀ ਨੇ, ਸਹਿਭਾਜ ਸੰਖਿਆਵਾਂ ਨੇ। ਅੱਗੇ ਹੈ ਜੀ C ਪਾਰਟ। C ਪਾਰਟ ਵਿੱਚ ਆਪਾਂ ਦੇਖਣੇ ਨੇ 30 ਤੇ 415 ਕਿ ਇਹ ਸਹਿਭਾਜ ਸੰਖਿਆਵਾਂ ਹੈਗੀਆਂ ਨੇ। 30 ਤੇ 415। ਹੁਣ ਇਹ 'ਚ ਆਪਾਂ ਪਹਿਲਾਂ 30 ਦੇ ਗੁਣਨਖੰਡ ਲਿਖਾਂਗੇ 1 2 3 5 6 15 30। ਇਹ ਸਾਨੂੰ ਆਉਂਦੇ ਨੇ ਸਾਰੇ ਬਣਾਉਣੇ। ਹੁਣ 415 ਲਿਖ ਲਿਆ ਆਪਾਂ ਨੇ, 1 5 83 415। ਠੀਕ ਹੈ ਜੀ, ਤਾਂ ਹੁਣ ਇਹ ਸਾਂਝੇ ਗੁਣਨਖੰਡ ਕਿਹੜੇ ਆ ਗਏ, 1 ਤੇ 5 ਆ ਗਏ। ਇਹਦੇ ਵਿੱਚ 2 ਸਾਂਝੇ ਗੁਣਨਖੰਡ ਆ ਗਏ, ਪਰ ਆਪਾਂ ਕੀ ਪੜ੍ਹਿਆ ਸੀ, ਜਿਹਦੇ ਵਿੱਚ ਇੱਕ ਹੀ ਸਾਂਝਾ ਗੁਣਨਖੰਡ ਹੋਊਗਾ ਉਹ ਸਹਿਭਾਜ ਸੰਖਿਆਵਾਂ ਹੋਣਗੀਆਂ। ਇਸ ਕਰਕੇ ਸਹਿਭਾਜ ਸੰਖਿਆਵਾਂ ਨਹੀਂ ਹਨ। ਠੀਕ ਹੈ ਜੀ, ਇਹ ਹੋ ਗਿਆ C ਪਾਰਟ ਕੰਪਲੀਟ। ਅੱਗੇ ਆ ਗਿਆ D ਪਾਰਟ। 17 ਤੇ 68, 17 ਦੇ ਗੁਣਨਖੰਡ 1 ਤੇ 17, 68 ਦੇ ਆ ਲਿਖ ਲਿਆ ਆਪਾਂ ਨੇ ਸਾਰੇ। ਤਾਂ ਸਾਂਝੇ ਕਿਹੜੇ ਕਿਹੜੇ ਆ ਗਏ, 1 ਤੇ 17। ਇਹਦੇ ਵਿੱਚ ਵੀ 1 ਤੋਂ ਵੱਧ ਗੁਣਨਖੰਡ ਆ ਗਏ। ਠੀਕ ਹੈ ਜੀ, ਇਸ ਕਰਕੇ ਵੀ ਸੰਖਿਆਵਾਂ ਕੀ ਨੇ, ਇਹ ਸਹਿਭਾਜ ਸੰਖਿਆਵਾਂ ਨਹੀਂ ਹਨ। ਠੀਕ ਹੈ ਜੀ, ਉਰੇ ਲਿਖਾਂਗੇ therefore they are not co-prime number। ਠੀਕ ਹੈ ਜੀ, co-prime ਮਤਲਬ ਜਿਹੜੀਆਂ ਆਪਸ 'ਚ ਕਿਸੇ ਵੀ ਪਹਾੜੇ ਦੇ ਘਟਦੀਆਂ ਨਹੀਂ ਹੈਗੀਆਂ। ਅੱਗੇ ਜੀ ਪਾਰਟ ਨੰਬਰ 6। ਹੁਣ 216 ਆ ਗਿਆ। ਇਹਦੇ ਆਪਾਂ ਗੁਣਨਖੰਡ ਲਿਖ ਲਏ ਸਾਰੇ। 215 ਆ ਗਿਆ, ਇਹਦੇ ਗੁਣਨਖੰਡ ਲਿਖ ਲਏ। ਸਾਂਝੇ ਗੁਣਨਖੰਡ ਕਿੰਨਾ ਆ ਗਿਆ, ਇਹਦਾ 1 ਆ ਗਿਆ। ਤਾਂ ਇਸ ਕਰਕੇ ਇਹ ਵੀ ਸੰਖਿਆਵਾਂ ਕੀ ਨੇ, ਸਹਿਭਾਜ ਨੇ, ਕਿਉਂਕਿ ਇਹਦਾ ਸਾਂਝਾ ਗੁਣਨਖੰਡ ਕਿੰਨਾ, 1। ਤੁਸੀਂ ਇੱਥੇ ਇੱਕ ਪੁਆਇੰਟ ਯਾਦ ਰੱਖਣਾ ਹੈ, ਜਿਹੜੀਆਂ ਵੀ 2 ਸੰਖਿਆਵਾਂ ਲਗਾਤਾਰ ਹੋਣਗੀਆਂ, ਜਿਵੇਂ ਮੰਨ ਲਓ 4 ਤੇ 5 ਨੇ ਜਾਂ ਫਿਰ 26 ਤੇ 27 ਨੇ, ਇਹਨਾਂ ਦਾ ਸਾਂਝਾ ਗੁਣਨਖੰਡ ਸਿਰਫ ਇੱਕੋ ਹੀ ਆਊਗਾ। ਠੀਕ ਹੈ ਜੀ, ਇਹ ਬਹੁਤ ਕੰਮ ਦਾ ਪੁਆਇੰਟ ਹੈ, ਇਹ E ਪੁਆਇੰਟ। ਠੀਕ ਹੈ, ਜਿਵੇਂ ਮੰਨ ਲਓ 16 ਤੇ 17 ਨੇ, ਸਾਂਝਾ ਗੁਣਨਖੰਡ ਸਿਰਫ 1 ਹੀ ਆਊਗਾ। ਤਾਂ ਇਸ ਤਰੀਕੇ ਨਾਲ ਆਪਾਂ ਇਹਦਾ E ਪਾਰਟ ਕੰਪਲੀਟ ਕਰ ਲਿਆ। ਅੱਗੇ ਆਪਾਂ ਕਰਾਂਗੇ ਜੀ ਇਹਦਾ F ਪਾਰਟ। F ਪਾਰਟ ਹੈਗਾ ਆਪਣੇ ਕੋਲ 81 ਤੇ 16 ਦਾ ਪਤਾ ਕਰਨਾ ਆਪਾਂ ਨੇ। ਪਹਿਲਾਂ ਆਪਾਂ 81 ਦੇ ਲਿਖੇ ਗੁਣਨਖੰਡ 1 81, ਫਿਰ 3 ਦੇ ਭਾਗ ਕਰਕੇ 27, ਫਿਰ ਇਕੱਲਾ 9, 1 2 4 8 6 16। ਇਹ ਆਪਾਂ ਸਾਂਝੇ ਗੁਣਨਖੰਡ ਲਿਖ ਲਏ। ਇਹਦੇ ਵਿੱਚ ਵੀ ਇੱਕ ਜਿਹੜਾ ਹੈਗਾ ਉਹ ਆ ਗਿਆ ਸਾਂਝਾ ਗੁਣਨਖੰਡ, ਸਿਰਫ 1 ਆਇਆ। ਇਸ ਕਰਕੇ ਸੰਖਿਆਵਾਂ ਕੀ ਨੇ, ਸਹਿਭਾਜ। ਅੱਗੇ ਦੇਖਾਂਗੇ ਜੀ ਆਪਾਂ ਕੁਐਸਚਨ ਨੰਬਰ 6। ਹਾਂਜੀ, ਕੁਐਸਚਨ ਨੰਬਰ 6 ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਇਹਨੂੰ ਆਪਾਂ ਧਿਆਨ ਨਾਲ ਸਮਝਾਂਗੇ। ਸਾਰੇ ਬੱਚੇ ਧਿਆਨ ਨਾਲ ਦੇਖੋ ਇਹਨੂੰ। ਕੁਐਸਚਨ ਨੰਬਰ 6 ਕਹਿੰਦਾ ਇੱਕ ਸੰਖਿਆ ਉਹ 5 ਨਾਲ ਵੀ ਭਾਗ ਹੁੰਦੀ ਹੈ ਤੇ 12 ਨਾਲ ਵੀ ਭਾਗ ਹੁੰਦੀ ਹੈ, ਦੋਹਾਂ ਨਾਲ ਭਾਗ ਹੁੰਦੀ ਹੈ, 5 ਤੇ 12 ਨਾਲ। ਤਾਂ ਕਿਹੜੀ ਦੂਸਰੀ ਸੰਖਿਆ ਹੋਵੇਗੀ, ਤਾਂ ਕਿਹੜੀ ਦੂਸਰੀ ਸੰਖਿਆ ਨਾਲ ਇਹ ਸੰਖਿਆ ਹਮੇਸ਼ਾ ਭਾਗ ਹੋਵੇਗੀ। ਤਾਂ ਦੇਖੋ ਜੀ, ਇਸ ਨੂੰ ਸਮਝਾਂਗੇ ਪਹਿਲਾਂ ਆਪਾਂ। ਹੁਣ ਕਹਿੰਦਾ ਕੋਈ ਸੰਖਿਆ ਉਹ 5 ਤੇ ਭਾਗ ਵੀ ਹੁੰਦੀ ਹੈ ਤੇ 12 ਦੇ ਭਾਗ ਵੀ ਹੁੰਦੀ ਹੈ। ਕੋਈ ਵੀ ਸੰਖਿਆ ਉਹ 5 ਦੇ ਵੀ ਭਾਗ ਹੁੰਦੀ ਹੈ ਤੇ 12 ਦੇ ਵੀ ਭਾਗ ਹੁੰਦੀ ਹੈ। ਤਾਂ ਕਹਿੰਦਾ ਕਿਹੜੀ ਦੂਸਰੀ ਸੰਖਿਆ ਨਾਲ ਇਹ ਸੰਖਿਆ ਹਮੇਸ਼ਾ ਭਾਗ ਹੋਵੇਗੀ। ਦੇਖੋ ਜੀ, ਪਹਿਲਾਂ ਆਪਾਂ ਲੱਭਾਂਗੇ ਕੋਈ ਇਹੋ ਜਿਹੀ ਸੰਖਿਆ ਲੱਭੋ ਜਿਹੜੀ 5 ਦੇ ਵੀ ਭਾਗ ਹੁੰਦੀ ਹੋਵੇ ਤੇ 12 ਦੇ ਵੀ ਭਾਗ ਹੁੰਦੀ ਹੋਵੇ।
मतलब कि वो 5 ਦੇ ਪਹਾੜੇ ਤੇ ਵੀ ਆਉਂਦੀ ਹੋਵੇ ਤੇ 12 ਦੇ ਪਹਾੜੇ ਤੇ ਵੀ ਆਉਂਦੀ ਹੋਵੇ। ਤਾਂ ਮਤਲਬ ਕਿ ਆਪਾਂ ਕੀ ਲੱਭਾਂਗੇ, ਦੋਹਾਂ ਦਾ ਸਾਂਝਾ ਗੁਣਨਖੰਡ ਲੱਭਾਂਗੇ। ਚਲੋ ਆਪਾਂ ਟਰਾਈ ਕਰਦੇ ਹਾਂ। ਪਹਿਲਾਂ 5 ਦਾ ਪਹਾੜਾ ਲਿਖੀਏ, 5 × 5 5 ਦੂਣੀ 10 5 ਤੀਏ 15 5 ਚੌਕਾ 20 5 5 25 5 31 5 7 35। ਹੁਣ ਆਪਾਂ 12 ਦਾ ਪਹਾੜਾ ਲਿਖਦੇ ਹਾਂ, 12 × 12 12 ਦੂਣਾ 24 12 ਤੀਏ 36। ਦੇਖੋ ਕੋਈ ਲੱਭੋ, ਇਹਨਾਂ 'ਚ ਕੋਈ ਸੰਖਿਆ ਹੈ ਜੀ ਹੈਗੀ ਜਿਹੜੀ ਦੋਵਾਂ ਦੇ ਵਿੱਚ ਆਈ ਹੈ? ਨਹੀਂ ਹੈਗੀ। ਤਾਂ ਆਪਾਂ 5 ਦਾ ਪਹਾੜਾ ਆਪਾਂ ਅੱਗੇ ਲਿਖਾਂਗੇ, 40 45 50। ਠੀਕ ਹੈ ਜੀ, ਇਸ ਤਰੀਕੇ ਨਾਲ ਆਪਾਂ 5 ਦਾ ਪਹਾੜਾ ਲਿਖ ਰਹੇ ਹਾਂ ਅੱਗੇ ਤੱਕ। ਅੱਗੇ 55 60 ਇੱਥੇ ਤੱਕ ਟਰਾਈ ਕਰਦੇ ਹਾਂ ਆਪਾਂ। 12 ਚੌਕ 48 12 5 60। ਹੁਣ ਦੇਖੋ ਜੀ ਉਰੇ ਕੀ ਹੋ ਗਿਆ, ਆਪਣੇ ਕੋਲ 60 ਆ ਗਿਆ। ਆਪਣੇ ਕੋਲ 60 ਇੱਕ ਇਹੋ ਜਿਹੀ ਸੰਖਿਆ ਆ ਗਈ ਜਿਹੜੀ ਕੀ ਹੈ, ਇਹ ਦੋਹਾਂ ਦੇ ਭਾਗ ਹੁੰਦੀ ਹੈ, 5 ਤੇ 12 ਦੇ। ਠੀਕ ਹੈ ਜੀ, ਤਾਂ ਆਪਣੇ ਕੋਲ ਪਹਿਲਾਂ ਕੁਐਸਚਨ ਦੁਬਾਰਾ ਸਮਝੋ। ਹੁਣ ਕੁਐਸਚਨ ਕੀ ਸੀਗਾ, ਕਹਿੰਦਾ ਕੋਈ ਇੱਕ ਸੰਖਿਆ ਜਿਹੜੀ 5 ਦੇ ਵੀ ਭਾਗ ਹੁੰਦੀ ਹੈ ਤੇ 12 ਦੇ ਵੀ ਭਾਗ ਹੁੰਦੀ ਹੈ। ਕਹਿੰਦਾ ਉਹ ਹੋਰ ਕਿਹੜੀ ਸੰਖਿਆ ਨਾਲ ਭਾਗ ਹੋਊਗੀ ਹਮੇਸ਼ਾ। ਹੁਣ ਦੇਖੋ, ਹੁਣ ਉਹ 60 ਦੇ ਭਾਗ ਹੋਊ ਕੋਈ ਵੀ ਸੰਖਿਆ। ਹੁਣ ਦੇਖੋ ਜੀ ਕਿਵੇਂ, ਜੇ ਆਪਾਂ ਕੋਈ ਇਦੋਂ ਬਾਅਦ ਕੋਈ ਸੰਖਿਆ ਲੱਭਣੀ ਹੋਵੇ ਜਿਹੜੀ ਕਿ 5 ਦੇ ਵੀ ਭਾਗ ਹੋ ਜੇ ਤੇ 12 ਦੇ ਵੀ ਭਾਗ ਹੋ ਜੇ, ਤਾਂ ਉਹ ਤੁਸੀਂ ਚੈੱਕ ਕਰ ਲਿਓ 120 ਆਊਗੀ। ਕਿਉਂਕਿ ਜੇ ਪਹਿਲੀ ਸੰਖਿਆ 60 ਆ ਗਈ ਤਾਂ ਇਹਦਾ ਅੱਗੇ ਪਹਾੜਾ ਪੜਾਂਗੇ ਆਪਾਂ, ਇਦੋਂ ਅਗਲੀ 120 ਆਊ, ਫਿਰ 180 ਆਊ, ਫਿਰ 240 ਆਊ। ਤਾਂ ਇਹ ਸਾਰੀਆਂ ਸੰਖਿਆਵਾਂ ਉਹ ਨੇ ਜਿਹੜੀਆਂ 5 ਦੇ ਵੀ ਭਾਗ ਹੁੰਦੀਆਂ ਨੇ ਤੇ ਨਾਲ ਹੀ 12 ਦੇ ਵੀ ਭਾਗ ਹੁੰਦੀਆਂ ਨੇ। ਹੁਣ ਆਪਾਂ ਚੈੱਕ ਕਰਨਾ ਹੈ ਹੋਰ ਕਿਹਦੇ ਭਾਗ ਹੁੰਦੀਆਂ ਨੇ। ਇਹ 60 ਦੇ ਵੀ ਭਾਗ ਹੁੰਦੀਆਂ ਨੇ। ਦੇਖੋ 60 × 60 60 ਦੂਣਾ 120 60 ਤੇ 180 60 ਚੌਕਾ 240। ਪਰ ਹੁਣ ਇਹ ਆਪਾਂ ਨੂੰ ਚੀਜ਼ ਪਤਾ ਕਿਵੇਂ ਲੱਗੀ ਹੈ? ਠੀਕ ਹੈ ਜੀ, ਇਹ ਆਪਾਂ ਨੂੰ ਚੀਜ਼ ਪਤਾ ਲੱਗੀ ਹੈ 5 ਤੇ 12 ਦੀ ਗੁਣਾ ਕਰਕੇ। 12 5 ਕਿੰਨਾ ਹੋ ਗਿਆ 60। ਪਰ ਉਰੇ ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈਗੀ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉਰੇ ਤੁਸੀਂ ਚੈੱਕ ਕਰੋ 5 ਤੇ 12 ਕੀ ਨੇ, ਸਹਿਭਾਜ ਸੰਖਿਆਵਾਂ ਨੇ। ਇਹ ਦੋਨੋਂ ਕਿਹੜੀਆਂ ਸੰਖਿਆਵਾਂ ਨੇ? ਸਹਿਭਾਜ। ਤਾਂ ਆਪਾਂ ਦੋਹਾਂ ਦੀ ਗੁਣਾ ਕਰਕੇ ਚੈੱਕ ਕਰ ਸਕਦੇ ਹਾਂ, ਤਾਂ ਆਨਸਰ ਮੇਰੇ ਕੋਲ 60 ਆਊ। ਜੇ ਸੰਖਿਆਵਾਂ ਸਹਿਭਾਜ ਨਾ ਹੋਣ ਫਿਰ ਆਪਾਂ ਇਹਨਾਂ ਦੀ ਡਾਇਰੈਕਟ ਗੁਣਾ ਨਹੀਂ ਕਰ ਸਕਦੇ। ਠੀਕ ਹੈ ਜੀ, ਜਿਵੇਂ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਹੋਰ ਦਿੰਦਾ। ਮੰਨ ਲਓ ਤੁਹਾਨੂੰ ਕਿਸੇ ਨੇ ਕਹਿਤਾ ਵੀ ਇੱਕ ਸੰਖਿਆ 3 ਦੇ ਭਾਗ ਹੁੰਦੀ ਹੈ ਹਮੇਸ਼ਾ, ਇੱਕ ਸੰਖਿਆ ਹਮੇਸ਼ਾ 4 ਦੇ ਭਾਗ ਹੁੰਦੀ ਹੈ ਉਹ ਸੰਖਿਆ, ਤਾਂ ਉਹ ਸੰਖਿਆ ਹੋਰ ਕਿਹਦੇ ਭਾਗ ਹੋਊ ਹਮੇਸ਼ਾ? ਤਾਂ ਹੁਣ ਤੁਸੀਂ ਕੀ ਕਰਨੀ ਹੈ, ਤੁਸੀਂ ਚੈੱਕ ਕਰਨਾ ਵੀ 3 ਤੇ 4 ਸਹਿਭਾਜ ਸੰਖਿਆਵਾਂ ਹੈਗੀਆਂ ਨੇ? ਬਿਲਕੁਲ ਨਹੀਂ ਜੀ, ਕਿਉਂਕਿ ਇਹਨਾਂ ਦਾ ਸਾਂਝਾ ਗੁਣਨਖੰਡ ਸਿਰਫ 1 ਆਉਂਦਾ ਹੈਗਾ। ਜੇ ਆਪਾਂ 3 ਦੇ ਗੁਣਨਖੰਡ ਪਤਾ ਕਰੀਏ ਤਾਂ ਕੀ ਆਉਣਗੇ? 1 ਦੇ 3 ਆਉਣਗੇ। 4 ਦੇ ਪਤਾ ਕਰਾਂਗੇ 1 2 4 ਆਉਣਗੇ। ਤਾਂ ਇਹਨਾਂ ਸਾਂਝਾ ਕਿਹੜਾ ਆਇਆ? ਸਿਰਫ 1 ਆਇਆ। ਤਾਂ ਜਿਹਦੇ ਵਿੱਚ ਸਾਂਝਾ ਗੁਣਨਖੰਡ 1 ਆ ਜੇ ਉਹ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ? ਸਹਿਭਾਜ। ਹੁਣ ਮਤਲਬ ਕਿ 3 ਤੇ 4 ਕੀ ਨੇ? ਸਹਿਭਾਜ ਸੰਖਿਆਵਾਂ ਨੇ। ਤਾਂ ਕਿਹੜੀਆਂ ਸੰਖਿਆਵਾਂ 3 ਤੇ 4 ਦੋਹਾਂ ਦੇ ਭਾਗ ਹੁੰਦੀਆਂ ਨੇ? ਤਾਂ ਇੱਕ 12 ਭਾਗ ਹੁੰਦੀ ਹੈ ਦੋਹਾਂ ਤੇ, ਇੱਕ 24 ਭਾਗ ਹੁੰਦੀ ਹੈ, ਇੱਕ 36 ਭਾਗ ਹੁੰਦੀ ਹੈ। ਹੁਣ ਇਹ ਕਿੱਥੋਂ ਆਇਆ ਹੈਗਾ? 3 ਤੇ 4 ਦੀ ਗੁਣਾ ਕਰ ਦਿਓ ਪਹਿਲਾਂ, ਕਿੰਨਾ ਆ ਗਿਆ? 12। ਗੁਣਾ ਉਹਦੀ ਕਰਨੀ ਜਦੋਂ ਦੋਨੋਂ ਸੰਖਿਆਵਾਂ ਕੀ ਹੋਣਗੀਆਂ? ਇਹ ਸਹਿਭਾਜ। ਤਾਂ ਹੁਣ ਦੇਖੋ 3 ਤੇ 4 ਦੇ ਪਹਾੜੇ ਤੇ 12 ਵੀ ਆਉਂਦਾ, 24 ਵੀ ਆਉਂਦਾ, 36 ਵੀ ਆਉਂਦਾ। ਤਾਂ ਇਹ ਸਾਰੀਆਂ ਉਹ ਸੰਖਿਆਵਾਂ ਨੇ ਜਿਹੜੀਆਂ ਕਿ 3 ਤੇ 4 ਦੋਹਾਂ ਦੇ ਭਾਗ ਹੁੰਦੀਆਂ ਨੇ। ਹੁਣ ਆਪਾਂ ਨੇ ਕੀ ਲੱਭਣਾ ਸੀ? ਕੋਈ ਇਹੋ ਜਿਹੀ ਸੰਖਿਆ ਲੱਭਣੀ ਹੈ ਜਿਹੜੀਆਂ ਇਹਨਾਂ ਸੰਖਿਆਵਾਂ ਨੂੰ ਭਾਗ ਕਰ ਸਕੇ ਸਾਰਿਆਂ ਨੂੰ। ਤਾਂ ਉਹ ਕਿਹੜੀ ਆ ਗਈ ਆਪਣੇ ਕੋਲ? 12। ਕਿਵੇਂ ਆਈ? 3 ਤੇ 4 ਦੀ ਗੁਣਾ ਕਰਕੇ, ਕਿਉਂਕਿ 12 ਦੇ ਭਾਗ ਹੋਣਗੇ। 12 × 12 12 ਦੂਣਾ 24 12 ਜਾਂ 36। ਇਸ ਤਰੀਕੇ ਨਾਲ ਸਿਰਫ ਇਹ ਤਾਂ ਪੋਸੀਬਲ ਹੁੰਦਾ ਜਦੋਂ ਕਿ 3 ਤੇ 4 ਸਹਿਭਾਜ ਹੁੰਦੇ ਨੇ। ਹੁਣ ਦੇਖੋ ਜੀ, ਤੁਹਾਨੂੰ ਮੈਂ ਹੋਰ ਐਗਜ਼ਾਮਪਲ ਦੱਸਦਾ। ਇੱਕ ਮੰਨ ਲਓ ਤੁਹਾਡੇ ਕੋਲ ਇੱਕ ਸੰਖਿਆ 6 ਤੇ ਭਾਗ ਹੁੰਦੀ ਹੈ, ਇੱਕ ਸੰਖਿਆ 8 ਤੇ ਭਾਗ ਹੁੰਦੀ ਹੈ, ਉਹੀ ਸੰਖਿਆ। ਤਾਂ ਹੁਣ ਤੁਸੀਂ ਇੱਕ ਸੰਖਿਆ ਹੋਰ ਪਤਾ ਕਰਨੀ ਹੈ ਜਿਹੜੀ ਕਿ ਦੋਹਾਂ ਦੇ ਭਾਗ ਹੋ ਜੇ। ਮਤਲਬ ਕਿ ਕਿਸੇ ਕੋਈ ਹੋਰ ਨੰਬਰ ਲੱਭੋ ਜਿਹਤੇ ਉਹ ਸੰਖਿਆ ਭਾਗ ਹੁੰਦੀ ਹੋਵੇ ਇਸ ਤੋਂ ਇਲਾਵਾ। ਹੁਣ ਦੇਖੋ ਜੇ ਆਪਾਂ ਗੱਲ ਕਰੀਏ 6 ਤੇ 8 ਦੀ, ਹੁਣ ਅੱਧੇ ਬੱਚੇ ਕੀ ਕਹਿਣਗੇ ਜੀ ਉਹ ਸੰਖਿਆ 48 ਹੈ, 48 ਹੈ। ਪਰ ਇਹ ਚੀਜ਼ ਗਲਤ ਹੈ। ਇਹ ਚੀਜ਼ ਗਲਤ ਕਿਉਂ ਹੈ? ਹੁਣ ਆਪਾਂ ਇਹਨੂੰ ਸਮਝਾਂਗੇ। ਦੇਖੋ ਜੀ, ਹੁਣ ਆਪਾਂ 6 ਦੀਆਂ ਸੰਖਿਆਵਾਂ ਲਿਖਣੀਆਂ ਜਿਹੜੀਆਂ 6 ਦੇ ਭਾਗ ਹੁੰਦੀਆਂ ਨੇ। 6 × 6 6 ਦੂਣੀ 12 6 ਤੀਏ 18 6 ਚੌਕਾ 24 6 5 30 8 × 8 8 ਦੂਣੀ 16 8 ਤੀਏ 24 8 ਚੌਕਾ 32। ਤਾਂ ਉਰੇ ਇੱਕ 24 ਇੱਕ ਸੰਖਿਆ ਆ ਗਈ ਜਿਹੜੀ ਕਿ ਦੋਹਾਂ ਦੇ ਭਾਗ ਹੁੰਦੀ ਹੈ। ਠੀਕ ਹੈ ਜੀ, 24 ਇੱਕ ਇਹੋ ਜਿਹੀ ਸੰਖਿਆ ਆ ਗਈ ਜਿਹੜੀ ਕਿ ਦੋਹਾਂ ਦੇ ਭਾਗ ਹੁੰਦੀ ਹੈ।
ਤਾਂ ਆਪਾਂ ਦੱਸਾਂਗੇ ਜੀ ਜਿਹੜੀਆਂ ਸੰਖਿਆਵਾਂ 6 ਦੇ ਭਾਗ ਹੋਣ। ਆਪਾਂ ਨੇ ਕੀ ਦੇਖਿਆ, ਜਿਹੜੀਆਂ ਸੰਖਿਆਵਾਂ 6 ਤੇ 8 ਦੇ ਭਾਗ ਹੋਣਗੀਆਂ ਕਿ ਉਹ ਇਹ ਤੇ ਹੀ ਭਾਗ ਹੋਣਗੀਆਂ 48 ਤੇ, ਕਿਉਂਕਿ 6 ਗੁਣਾ 8 ਬਣਦਾ ਹੈਗਾ। ਹੁਣ ਉਰੇ 24 ਆ ਗਿਆ ਕਿ 24 48 ਦੇ ਭਾਗ ਹੁੰਦਾ ਹੈਗਾ। ਜੇ ਆਪਾਂ ਅੰਦਰ 24 ਲਿਖ ਦਾਂਗੇ, ਬਾਹਰ 48 ਲਿਖਾਂਗੇ, ਇਹ ਭਾਗ ਹੋ ਜਾਊਗਾ? ਨਹੀਂ ਹੁੰਦਾ। ਤਾਂ ਇਹ ਚੀਜ਼ ਉਰੇ ਕਿਉਂ ਨਹੀਂ ਆਈ ਤੇ ਉੱਪਰ ਕਿਵੇਂ ਆ ਗਈ? ਉੱਪਰ ਕੀ ਕੀਤਾ ਸੀ ਆਪਾਂ ਨੇ, ਦੋ ਸੰਖਿਆਵਾਂ ਲਈਆਂ ਸੀ ਜਿਹੜੀਆਂ 3 ਤੇ 4 ਤੇ ਭਾਗ ਹੁੰਦੀਆਂ ਨੇ, ਤੇ ਹੋਰ ਕਿਤੇ ਭਾਗ ਹੋਣਗੀਆਂ? ਉਹ 12 ਦੇ ਭਾਗ ਹੋਣਗੀਆਂ। ਉੱਪਰ ਆਪਣਾ ਆ ਵੀ ਗਿਆ ਸੀਗਾ 12 24 36 12 ਦੇ ਭਾਗ ਹੁੰਦੀਆਂ ਨੇ, ਤੇ 3 ਤੇ 4 ਦੋਵਾਂ ਦੇ ਭਾਗ ਹੁੰਦੀਆਂ ਨੇ। ਇੱਥੇ ਕਿਉਂ ਨਹੀਂ ਆਇਆ ਦੋਹਾਂ ਦੀ ਗੁਣਾ ਕਰਕੇ? ਕਿਉਂਕਿ ਉਰੇ 6 ਤੇ 8 ਜਿਹੜੀਆਂ ਇਹ ਸਹਿ ਅਭਾਜ ਸੰਖਿਆਵਾਂ ਨਹੀਂ ਹੈਗੀਆਂ। ਇਹ ਸਹਿ ਅਭਾਜ ਸੰਖਿਆਵਾਂ ਨਹੀਂ ਹੈਗੀਆਂ, ਇਸ ਕਰਕੇ ਆਪਾਂ 6 ਤੇ 8 ਦੀ ਸਿੱਧੀ ਗੁਣਾ ਨਹੀਂ ਕਰ ਸਕਦੇ। ਤਾਂ ਇੱਥੇ ਆਪਾਂ ਨੂੰ ਕੀ ਕਰਨਾ ਪਊਗਾ, ਇਹਨਾਂ ਦਾ ਜਿਹੜਾ ਪਹਿਲਾ ਸਾਂਝਾ ਗੁੰਜ ਹੈ ਉਹ ਲੱਭਣਾ ਪਊਗਾ, ਮਤਲਬ ਕਿ 24। ਤਾਂ ਇਹ ਸੰਖਿਆਵਾਂ ਸਾਰੀਆਂ 24 ਤੇ ਭਾਗ ਹੋਣਗੀਆਂ। ਦੇਖੋ ਜੀ 24 ਦੇ ਭਾਗ ਹੋਣਗੀਆਂ, ਠੀਕ ਹੈ ਜੀ, ਕਿਉਂਕਿ 6 ਤੇ 8 ਕੋ ਪ੍ਰਾਈਮ ਨਹੀਂ ਹੈਗੇ, ਸਹਿ ਅਭਾਜ ਨਹੀਂ ਹੈਗੇ। ਇਹਦਾ ਸਾਂਝਾ ਗੁਣਨਖੰਡ ਕਿਹੜੇ ਕਿਹੜੇ ਨੇ? ਪਹਿਲਾਂ 6 ਦੇ ਲੱਭ ਲਓ ਗੁੰਜ, 1 2 3 ਤੇ 6। ਹੁਣ ਆਪਾਂ ਲੱਭਾਂਗੇ 8 ਤੇ, 1 2 4 8। ਤਾਂ ਇੱਥੇ ਦੇ ਸਾਂਝੇ ਗੁਣਨਖੰਡ 2 ਆ ਗਏ, ਇਸ ਕਰਕੇ ਇਹ ਸਹਿ ਅਭਾਜ ਸੰਖਿਆਵਾਂ ਨਹੀਂ ਹੈਗੀਆਂ। ਤਾਂ ਇਸ ਕਰਕੇ ਆਪਾਂ ਦੱਸਾਂਗੇ ਜੀ ਜਿਹੜਾ ਇਹ ਕੁਐਸਚਨ ਹੈ, ਕੁਐਸਚਨ ਨੰਬਰ 6 ਦੇ ਵਿੱਚ ਕੀ ਕਿਹਾ ਹੈ, ਕਹਿੰਦਾ ਇੱਕ ਸੰਖਿਆ 5 ਤੇ 12 ਨਾਲ ਭਾਗ ਹੁੰਦੀ ਹੈ, ਤਾਂ ਉਹ ਹੋਰ ਕਿਹਦੇ ਨਾਲ ਭਾਗ ਹੋਊਗੀ? ਤਾਂ ਦੇਖੋ 5 ਤੇ 12 ਸਹਿ ਅਭਾਜ ਹੈਗੀਆਂ ਨੇ ਜੀ। 5 ਤੇ 12 ਸਹਿ ਅਭਾਜ ਹਨ, ਇਸ ਲਈ ਇਹ ਸੰਖਿਆ 5 ਗੁਣਾ 12 60 ਤੇ ਹੀ ਭਾਗ ਹੋਊਗੀ। ਤਾਂ ਕੋਈ ਵੀ ਸੰਖਿਆ ਜਿਹੜੀ 5 ਦੇ ਭਾਗ ਵੀ ਹੁੰਦੀ ਹੋਵੇ, 12 ਦੇ ਵੀ ਹੁੰਦੀ ਹੋਵੇ, ਤਾਂ ਉਹ 60 ਤੇ ਵੀ ਭਾਗ ਹੋਊਗੀ, ਕਿਉਂਕਿ 5 ਤੇ 12 ਕੀ ਨੇ? ਸਹਿ ਅਭਾਜ, ਤੇ 5 ਤੇ 12 ਦੀ ਗੁਣਾ ਕੀ ਬਣਦੀ ਹੈ? 60। ਅੱਗੇ ਦੇਖੋ ਕੁਐਸਚਨ ਨੰਬਰ 7ਵਾਂ, ਕਹਿੰਦਾ ਇੱਕ ਸੰਖਿਆ 12 ਨਾਲ ਭਾਗ ਹੁੰਦੀ ਹੈ, ਤਾਂ ਹੋਰ ਕਿਹੜੀਆਂ ਸੰਖਿਆਵਾਂ ਨਾਲ ਇਹ ਭਾਗ ਹੋਊਗੀ? ਤਾਂ ਇੱਕ ਸੰਖਿਆ ਦੇ ਆਪਾਂ ਨੇ 12 ਨਾਲ ਭਾਗ ਕਰ ਸਕਦੇ ਹਾਂ, ਤਾਂ ਹੋਰ ਕਿਹਦੇ ਨਾਲ ਭਾਗ ਹੋਊਗੀ? ਉਹ 12 ਦੇ ਜਿੰਨੇ ਵੀ ਗੁਣਨਖੰਡ ਹੋਣਗੇ, ਜਿਵੇਂ 1 2 3 4 6 12। ਕੋਈ ਸੰਖਿਆ ਜੇ 12 ਦੇ ਭਾਗ ਹੁੰਦੀ ਹੈ ਤਾਂ ਸਭ ਦੇ ਨਾਲ ਭਾਗ ਹੋਊਗੀ। ਜਿਵੇਂ ਇੱਕ ਐਗਜ਼ਾਮਪਲ ਲੈ ਲਓ 24 1 ਦੇ ਭਾਗ ਹੁੰਦੀ ਹੈ, 2 ਤੇ ਭਾਗ ਹੁੰਦੀ ਹੈ, 3 ਤੇ ਹੀ ਭਾਗ ਹੁੰਦਾ, 4 ਤੇ ਹੀ ਭਾਗ ਹੁੰਦਾ, 6 ਤੇ ਹੀ ਭਾਗ ਹੁੰਦਾ, 12 ਦੇ ਹੀ ਭਾਗ ਹੁੰਦਾ। ਤਾਂ ਜੇ ਕੋਈ ਸੰਖਿਆ 12 ਦੇ ਭਾਗ ਹੁੰਦੀ ਹੈ ਤਾਂ ਉਹਦੇ ਜਿਹੜੇ ਗੁਣਨਖੰਡ ਨੇ ਅੱਗੇ ਉਹਨਾਂ ਦੇ ਭਾਗ ਹੋਊਗੇ, ਉਹਨਾਂ ਦੇ ਫੈਕਟਰਸ ਤੇ, ਠੀਕ ਹੈ ਜੀ। ਤਾਂ ਇਹ ਕੁਐਸਚਨ ਨੰਬਰ 7 ਸੀਗਾ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕੁਐਸਚਨ ਸਮਝ ਲੱਗ ਗਿਆ ਹੋ। ਜੇ ਨਹੀਂ ਲੱਗਿਆ ਜੀ ਤਾਂ ਤੁਸੀਂ ਇਸ ਵੀਡੀਓ ਨੂੰ ਦੁਬਾਰਾ ਦੇਖੋ, ਬਹੁਤ ਜ਼ਰੂਰੀ ਕੰਮ ਹੈ ਇਹ, ਕਿਉਂਕਿ ਇਸ ਜਿਹੜਾ ਚੈਪਟਰ ਹੈ ਇਹ ਇਹਦੇ ਬੇਸ ਤੁਹਾਡੀ 7th 8th ਅੱਧੀ ਹੋ ਜਾਊਗੀ, ਠੀਕ ਹੈ ਜੀ। ਤਾਂ ਤੁਸੀਂ ਇਹਨੂੰ ਕਰੋ, ਬਹੁਤ ਇੰਪੋਰਟੈਂਟ ਕੁਐਸਚਨ ਨੇ, ਠੀਕ ਹੈ ਜੀ। ਥੈਂਕ ਯੂ।